रूटीन बनी हुई है अरदासां दी साडी। 97-47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਅੱਜ 97 ਹੋ ਗਿਆ, 50 ਸਾਲ ਹੋਣ ਨੂੰ ਆ ਗਏ ਅਗਸਤ ਵਿੱਚ। ਅਸੀਂ ਵੀ ਇੱਕ ਬਾਤ ਕਹੀ ਜਾਂਦੇ ਹਾਂ, ਸਾਡੇ ਪਿਤਾ ਨੇ ਵੀ ਕਹੀ, ਅਸੀਂ ਵੀ ਕਹੀ, ਸਾਡੇ ਬੱਚਿਆਂ ਨੇ ਵੀ ਕਹੀ, ਸਾਡੇ ਪੋਤੇ ਵੀ ਕਹਿ ਰਹੇ ਨੇ। ਕੀ ਕਹਿੰਦੇ ਆ ਅਸੀਂ, ਕੀ ਕਹਿੰਦੇ ਤੁਰੇ ਆ ਰਹੇ ਹਾਂ? ਸੱਚੇ ਪਾਤਸ਼ਾਹ ਜਿਨ੍ਹਾਂ ਸਥਾਨਾਂ ਤੋਂ, ਧਰਮ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ, ਉਹਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼। ਇੱਕ ਅੰਗਰੇਜ਼ ਕਹਿਣ ਲੱਗਿਆ ਸਾਡੇ ਇੱਕ ਰਿਸ਼ਤੇਦਾਰ ਨੂੰ, ਕਹਿੰਦਾ ਮਿਸਟਰ ਤੁਸੀਂ ਜਦ ਦੁਆ ਕਰਦੇ ਹੋ, ਤੁਸੀਂ ਆਪਣੇ ਗੁਰਦੁਆਰੇ 'ਚ ਬੈਠੇ ਹੋ, ਬੜਾ ਉੱਚੀ ਉੱਚੀ ਗਾਉਂਦੇ ਹੋ, ਬੜੇ ਉੱਚੇ ਉੱਚੇ ਤੁਹਾਡੇ ਮਿਊਜ਼ਿਕ ਦੇ ਸਾਜ਼ ਵੱਜਦੇ ਨੇ, ਇਹ ਕੀ ਗੱਲ ਹੈ? ਉਹ ਬੜਾ ਹਾਜ਼ਰ ਜਵਾਬ ਸੀ। ਉਹ ਕਹਿੰਦਾ ਮਿਸਟਰ ਤੁਹਾਡੇ ਵਾਲੇ ਰੱਬ ਔਰ ਸਾਡੇ ਵਾਲੇ ਰੱਬ 'ਚ ਬਹੁਤ ਫਰਕ ਹੈ। ਕਹਿੰਦਾ ਉਹ ਕਿਵੇਂ? ਕਹਿੰਦਾ ਤੁਹਾਡਾ ਜਿਹੜਾ ਰੱਬ ਹੈ ਨਾ, ਤੁਸੀਂ ਪ੍ਰੇਅਰ ਕਰਦੇ ਹੋ ਹੌਲੀ ਹੌਲੀ ਬੋਲ ਕੇ, ਉਹ ਸੁਣ ਲੈਂਦਾ ਹੈ। ਸਾਡਾ ਤਾਂ ਕਹਿੰਦੇ ਸਾਡੇ ਹਿੱਸੇ ਮੱਥੇ 'ਚ ਬੋਲਾ ਰੱਬ ਪੈ ਗਿਆ, ਸਾਡੇ ਹਿੱਸੇ 'ਚ ਸੁਣਦਾ ਹੀ ਨਹੀਂ। ਤਾਂ ਅਸੀਂ ਇੰਨਾ ਉੱਚੀ ਸੰਘ ਪਾੜ ਬੋਲਦੇ ਹਾਂ, ਲਾਊਡ ਸਪੀਕਰ ਲਾ ਲਾ ਬੋਲਦੇ ਹਾਂ, ਕਹਿੰਦੇ ਰੱਬ ਇੰਨਾ ਬੋਲਾ, ਇੱਕ ਬੋਲਾ ਕਹਿੰਦੇ ਗੱਲ ਹੀ ਨਹੀਂ ਜਾਂਦੀ ਉੱਥੇ ਤੱਕ। ਸਾਡਾ ਕਹਿੰਦਾ ਬੋਲੇ ਰੱਬ ਨਾਲ ਬਾਹ ਪਿਆ ਹੈ। ਉਹਨੇ ਕਿਹਾ ਵੀ ਰੱਬ ਬੋਲਾ ਹੈ ਕਿ ਸਾਡਾ ਨੰਬਰ ਨਹੀਂ ਜੁੜਦਾ ਉੱਥੇ। ਗੁਰੂ ਸਾਹਿਬ ਕਹਿੰਦੇ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ। ਉਹ ਅੰਦਰਲੇ ਪਾਸੇ ਕਨੈਕਸ਼ਨ ਨਹੀਂ ਜੁੜਦਾ ਉਹਦੇ ਨਾਲ ਬਿਲਕੁਲ। ਅਸੀਂ ਰੂਟੀਨ ਦੇ ਵਿੱਚ ਅਰਦਾਸ ਕਰਦੇ ਹਾਂ, ਸਾਡੀ ਅਰਦਾਸ ਰੂਟੀਨ ਹੈ ਨਾ, ਸਾਨੂੰ ਮੂਵ ਕਰਦੀ ਹੈ। ਜਿਨ੍ਹਾਂ ਨੇ ਖੋਪਰੀਆਂ ਲਹਾਈਆਂ, ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਕੋਈ ਭਾਵ ਨਹੀਂ ਸਾਡੇ ਪੈਦਾ ਹੁੰਦਾ, ਕੋਈ ਕੰਬਣੀ ਨਹੀਂ ਆਉਂਦੀ ਸਾਨੂੰ, ਕੋਈ ਸਾਡੇ ਅੰਦਰ ਹਮਦਰਦੀ ਨਹੀਂ ਜਾਗਦੀ। ਅੱਖਰ ਨੇ ਰਿਪੀਟ ਕਰੇ ਹੋਏ ਨੇ, ਪੈਰਟ ਵਾਂਗ ਨੂੰ ਅਸੀਂ ਬੋਲਦੇ ਹਾਂ, ਸਾਡਾ ਰੱਬ ਨਾਲ ਸੰਬੰਧ ਨਹੀਂ ਜੁੜ ਰਿਹਾ ਕਿਸੇ ਥਾਂ ਦੇ ਉੱਤੇ। ਜਿਹੜਾ ਐਕਸ਼ਨ ਗਲਤ ਹੋਵੇ ਕੋਈ ਹਿੰਮਤ ਨਹੀਂ ਰੱਖਦਾ ਵੀ ਉਹਦੇ ਬਾਰੇ ਕਹਿ ਦੇਵੇ, ਕਿਉਂਕਿ ਜਦੇ ਉਹਦੇ ਉੱਤੇ ਐਕਸ਼ਨ ਹੋ ਜਾਂਦਾ, ਤੂੰ ਗਲਤ ਕੰਮ ਕਰ ਰਿਹਾ, ਕਿਉਂ ਕਹਿ ਰਿਹਾ, ਲੋਕਾਂ ਦੀ ਸ਼ਰਧਾ ਤੋੜ ਰਿਹਾ। ਅਸੀਂ ਕਹਿੰਦੇ ਸ਼ਰਧਾ ਨਹੀਂ ਤੋੜਦੇ, ਤੁਸੀਂ ਜਾਗ ਕੇ ਗੱਲ ਕਰੋ, ਕਿਉਂਕਿ ਬਾਣੀ ਦੇ ਮੁਤਾਬਕ ਨਹੀਂ ਹੈ। ਬਾਣੀ ਦਾ ਜੋ ਸਿਧਾਂਤ ਹੈ ਉਹ ਇਸ ਤਰ੍ਹਾਂ ਦੇ ਹੈ, ਬਿਰਥੀ ਕਦੋਂ ਨਾ ਹੋ ਬਈ ਜਨ ਕੀ ਅਰਦਾਸ। ਮਹਾਰਾਜ ਤਾਂ ਸਪਸ਼ਟ ਰਸਤਾ ਦੱਸ ਕੇ ਅਰਦਾਸ ਦਾ ਫਲ ਦੱਸ ਦਿੱਤਾ ਉਹਨਾਂ ਨੇ। ਅਸੀਂ ਕਹਿੰਦੇ ਮਹਾਰਾਜ ਸਾਡੀ ਕੋਈ ਅਰਦਾਸ ਹੀ ਨਹੀਂ ਸੁਣਦਾ, ਕੀ ਹੋ ਗਿਆ? ਇੰਨੀ ਡੈਫਨੈਸ ਹੈ ਕਿ ਸਾਡੀ ਕੋਈ ਬਾਤ ਹੀ ਨਹੀਂ ਸੁਣਦਾ। ਅਸੀਂ ਸਾਰਾ ਕੱਲਾ ਕੱਲਾ ਸਿੱਖ ਬੱਚਾ ਕਹਿ ਰਿਹਾ ਵੀ ਸਾਨੂੰ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੋ। ਇੰਨੀ ਕੁ ਗੱਲ ਵੀ ਨਹੀਂ ਤੁਸੀਂ ਮੰਨ ਰਹੇ, ਸਾਰੇ ਪੰਥ ਦੀ ਇੰਨੀ ਕੁ ਬਾਤ ਵੀ ਨਹੀਂ ਸੁਣ ਰਹੇ। ਸੋਚਣ ਵਾਸਤੇ ਬੈਠ ਜਾਣਾ ਚਾਹੀਦਾ ਸੀ ਸਿਆਣਿਆਂ ਨੂੰ ਵੀ ਇਹ ਗੱਲ ਸੁਣੀ ਨਹੀਂ ਜਾ ਰਹੀ। ਕੀ ਵਜ੍ਹਾ? ਇੱਕ ਡਾਕਟਰ JC ਟਰੱਸਟ ਹੋਈ ਹੈ ਕੈਲੀਫੋਰਨੀਆ 'ਚ, ਉਹਨੂੰ ਵਾਹਿਗੁਰੂ ਜੀ ਨੇ ਐਸੀ ਦਾਤ ਦਿੱਤੀ ਹੋਈ ਸੀ ਕਿ ਇਹ ਅੱਖਾਂ ਦੇ ਨਾਲ ਉਹਨੂੰ ਹਰ ਬੰਦੇ ਦੇ ਦੁਆਲੇ ਲਾਈਟ ਨਜ਼ਰ ਆਉਂਦੀ ਸੀ। ਕਿਸੇ ਦੇ ਦੁਆਲੇ ਕਾਲੀ ਲਾਈਟ ਹੈ, ਕਿਸੇ ਦੇ ਦੁਆਲੇ ਹਰੀ ਹੈ, ਕਿਸੇ ਦੇ ਪੀਲੀ ਹੈ, ਕਿਸੇ ਦੇ ਗੁਲਾਬੀ ਹੈ, ਕਿਸੇ ਦੇ ਤਰਬੂਜੀ ਹੈ, ਕਿਸੇ ਦੇ ਚਿੱਟੀ ਹੈ। ਉਹ ਸਭ ਗੱਲ ਜਾਣਦੀ ਸੀ, ਦੱਸ ਦਿੰਦੀ ਸੀ, ਦੂਰੋਂ ਦੇਖ ਕੇ ਦਾਤ ਦਿੱਤੀ ਹੋਈ ਸੀ ਪਰਮੇਸ਼ਰ ਨੇ। ਆ ਜਿਹੜੇ ਤਿੱਬਤ ਦੇ ਲਾਮੇ ਨੇ ਇਹ ਬੜੀ ਮਿਹਨਤ ਕਰਦੇ ਨੇ ਵੀ ਇਹ ਸਾਨੂੰ ਲਾਈਟ ਦਿਸਣ ਲੱਗ ਜਾਵੇ, ਮੱਥੇ 'ਚ ਬੋਰ ਕਰ ਲੈਂਦੇ ਨੇ, ਤੀਸਰੀ ਅੱਖ ਖੋਲ੍ਹਣੀ ਹੈ, ਬੜੇ ਲੰਮੀ ਉਹਦਾ ਪ੍ਰੋਸੈਸ ਹੈ, ਲਾਮਿਆਂ ਨੂੰ ਪਤਾ ਹੈ। ਉਹ ਇੱਥੇ ਆਈ ਇਸਰਾਈਲ ਦੇ ਅੰਦਰ, ਇੱਥੇ ਲੋਕ ਦੁਆ ਕਰ ਰਹੇ ਸੀ, ਹਰ ਸੰਡੇ ਜਾਂਦੇ ਸੀ ਇਕੱਠੇ ਹੋ ਕੇ। ਇਹ ਵੀ ਆਈ ਹੋਈ ਸੀ ਉੱਥੇ। ਇਹਨੇ ਕਿਹਾ ਕੀ ਗੱਲ ਇੰਨੀ
ਤਿਆਰੀ ਅੱਜ ਕਿਉਂ ਹੋ ਰਹੀ ਹੈ? ਕਹਿਣ ਲੱਗੇ ਕਿ ਬੀਬੀ ਅੱਜ ਅਰਦਾਸ ਹੋਣੀ ਹੈ, ਬਾਰਿਸ਼ ਹੋਈ ਨਹੀਂ ਹੈ, ਬੜੇ ਸਾਡੇ ਕੋਲ ਅਜੇ ਇੰਤਜ਼ਾਮ ਨਹੀਂ। ਹੁਣ ਤਾਂ ਉਹਨਾਂ ਨੇ ਇੰਤਜ਼ਾਮ ਕਰ ਲਿਆ ਸਾਰਾ, ਪਾਣੀ ਉੱਤੇ ਟਿੱਬਿਆਂ ਤੇ ਚਾੜ ਦਿੱਤਾ। ਜਦ ਨਹੀਂ ਸੀ ਜਾਂ ਨਵੇਂ ਨਵੇਂ ਸੀਗੇ ਵਿਚਾਰੇ ਯਹੂਦੀ। ਕਹਿਣ ਲੱਗੀ ਕੀ ਹੁਣ? ਕਹਿੰਦੀ ਮੀਂਹ ਦੀ ਅਰਦਾਸ ਕਰਦੇ ਆ, ਪਤਾ ਨਹੀਂ ਰੱਬ ਨੂੰ ਕੀ ਹੋ ਗਿਆ, ਸੁਣਦਾ ਹੀ ਨਹੀਂ ਸਾਡੀ ਗੱਲ। ਤੁਸੀਂ ਵੀ ਚਲੋ। ਉਹ ਵੀ ਤਿਆਰ ਹੋ ਗਈ। ਪਾਦਰੀ ਤੋਂ ਤੁਰ ਪਏ ਗਿਰਜਿਆਂ ਦੇ, ਬੜੀ ਧੂਮਧਾਮ ਨਾਲ ਲੋਕ ਚਲੇ ਗਏ। ਬੱਚਿਆਂ ਨੂੰ ਛੋਟੀ ਛੋਟੀਆਂ ਟਰਾਲੀਆਂ ਦੇ ਵਿੱਚ ਰੂੜੀ ਲਈ ਜਾਂਦੇ ਨੇ, ਬਹੁਤ ਸੋਹਣੇ ਕੱਪੜੇ ਪਾਏ ਹੋਏ ਨੇ। ਖੁੱਲ੍ਹੇ ਮੈਦਾਨ ਦੇ ਵਿੱਚ ਸਾਰੇ ਚਲੇ ਗਏ। ਉੱਥੇ ਵੱਡੇ ਪਾਦਰੀ ਨੇ ਬੋਲ ਕੇ ਕਿਹਾ ਕਿ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਦਿਲੋਂ ਅਰਦਾਸ ਕਰੋ ਕਿ ਆਪਾਂ ਨੂੰ ਬਾਰਿਸ਼ ਹੋ ਜਾਵੇ। ਉਹ ਇੱਕ ਪਾਸੇ ਬੈਠ ਗਈ, ਬੈਠ ਕੇ ਦੇਖਣ ਲੱਗ ਗਈ ਸਾਰਿਆਂ ਦੇ ਚਿਹਰਿਆਂ ਵੱਲ। ਜਿਹੜਾ ਵੱਡਾ ਪਾਦਰੀ ਸੀ ਉਹਦੇ ਨਾਲ ਛੋਟੇ ਖੜੇ ਸੀ 5-10। ਉਹ ਕੀ ਦੇਖਦੀ ਹੈ ਵੀ ਇਹਨਾਂ ਦਾ ਤਾਂ ਕਨੈਕਸ਼ਨ ਨਹੀਂ ਜੁੜ ਰਿਹਾ ਪਰਮੇਸ਼ਰ ਦੇ ਨਾਲ। ਇਹਨਾਂ ਦੇ ਦੁਆਲੇ ਤਾਂ ਕਿਸੇ ਦੇ ਪੀਲੀ ਲਾਈਟ ਘੁੰਮ ਰਹੀ ਹੈ, ਕਿਸੇ ਦੇ ਲਾਲ ਘੁੰਮ ਰਹੀ ਹੈ, ਕਿਸੇ ਦੇ ਬਦਾਮੀ ਘੁੰਮ ਰਹੀ ਹੈ, ਕਿਸੇ ਦੇ ਬੈਂਗਣਾ ਵਰਗੀ ਘੁੰਮ ਰਹੀ ਹੈ। ਵਾਈਟ ਲਾਈਟ ਹੈ ਨਹੀਂ ਕਿਸੇ ਦੇ ਅੰਦਰ ਵੀ, ਕਨੈਕਸ਼ਨ ਜੁੜਿਆ ਨਹੀਂ ਹੈ। ਚੁੱਪ ਕਰ ਰਹੀ, ਅਰਦਾਸ ਹੋਈ, ਕੁਛ ਨਾ ਹੋਇਆ। ਉਸ ਵੇਲੇ ਨਵੀਂ ਆਈ ਸੀ, ਕਹਿਣ ਲੱਗੀ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਤੁਹਾਤੋਂ। ਬਈ ਪ੍ਰਭੂ ਕੋਲ ਤੁਸੀਂ ਪ੍ਰੇਅਰ ਕਰਦੇ ਹੋ ਤੇ ਉਹ ਤਾਂ ਘੱਟ ਕੇ ਅੰਤਰ ਕੀ ਜਾਣਤ ਕਹਿੰਦੇ ਨੇ, ਤੁਹਾਡੇ ਵਿੱਚ ਕੋਈ ਨੁਕਸ ਹੈ ਕਿ ਰੱਬੇ ਨਹੀਂ ਸੁਣਦਾ? ਪਰ ਮੈਂ ਵਿਚਾਰਿਆ, ਹੁਣ ਮੈਨੂੰ ਵਾਹਿਗੁਰੂ ਨੇ ਇਹ ਸੱਤਾ ਦਿੱਤੀ ਹੋਈ ਹੈ, ਤੁਹਾਡੇ ਪਾਦਰੀਆਂ ਦੇ ਆਲੇ ਦੁਆਲੇ ਕਈਆਂ ਦੇ ਕਾਲੀਆਂ ਛੁਆਂ ਸੀ, ਕਿਸੇ ਬੈਰ ਵਿਰੋਧ ਦੀ ਗੱਲ ਸੋਚ ਰਹੇ ਸੀ ਜਦੋਂ ਵਰਲਡ ਬਾਈ ਵਰਲਡ ਰੱਬ ਨਾਲ ਗੱਲ ਕਰ ਰਹੇ ਸੀ। ਕਈਆਂ ਦੇ ਅੰਦਰ ਵਾਸ਼ਨਾਵਾਂ ਨੇ, ਉਹ ਵਾਸ਼ਨਾਵਾਂ ਦੀ ਗੱਲ ਸੋਚ ਰਹੀ। ਤੁਸੀਂ ਜਨਤਾ ਦੀ ਤਾਂ ਮੈਂ ਤੁਹਾਡੀ ਗੱਲੇ ਕੀ ਕਹਿਣੀ ਹੈ, ਤੁਹਾਡਾ ਤਾਂ ਚਰਖੇ ਮੰਗਣ ਘੁੰਮ ਰਿਹਾ ਸੀ ਮਨ। ਕੋਈ ਲਾਈਟ ਹੀ ਨਹੀਂ ਸੀ ਆ ਰਹੀ, ਆਉਂਦੀਆਂ ਸੀ ਮਿਸਲੇ ਨਹੀਂ ਸੌਂਦੀਆਂ। ਐ ਨਹੀਂ ਵੀ ਪੈਂਦਾ ਜਦ ਤੱਕ ਰੱਬ ਦੇ ਨਾਲ ਤੁਸੀਂ ਨਹੀਂ ਜੁੜਦੇ। ਫੈਸਲਾ ਹੋ ਗਿਆ ਕਿ ਅਗਲੇ ਹਫ਼ਤੇ ਜੇ ਡਾਕਟਰ JC ਟਰਸਟ ਕਰੇਗੀ। ਫਲਸਤੀਨ ਦੀ ਗੱਲ ਹੈ। ਦੂਸਰੇ ਵਾਰੀ ਉਹਨੇ ਕਿਹਾ ਵੀ ਮੈਂ ਅਰਦਾਸ ਕਰਨੀ ਹੈ, ਬੱਚੇ ਨਾ ਲਿਆਇਓ ਕੋਈ ਵੀ, ਰੇਨ ਕੋਟਸ ਲੈ ਕੇ ਆਏ ਸਾਰੇ, ਜਾਂ ਅੰਬਰੇਲੇ ਲੈ ਕੇ ਆਏ। ਉਸ ਵੇਲੇ ਖੁੱਲ੍ਹੇ ਮੈਦਾਨ 'ਚ ਬਹਿ ਗਈ, ਚਿੱਤ ਇਕਾਗਰ ਕਰਿਆ। ਵਾਈਟ ਲਾਈਟ ਉਹਦੇ ਵਿੱਚੋਂ ਉੱਠੀ, ਜਿਵੇਂ ਐਰੋ ਹੁੰਦਾ ਹੈ ਇਸ ਤਰ੍ਹਾਂ ਉਹ ਲਾਈਟ ਉਸਦੇ ਨਿਸ਼ਚੇ ਨਾਲ ਉੱਚੀ ਉੱਠੀ ਤੇ ਜਾ ਕੇ ਮਹਾਲਾਈਟ ਦੇ ਨਾਲ, ਮਹਾਪ੍ਰਕਾਸ਼ ਦੇ ਨਾਲ ਕਨੈਕਸ਼ਨ ਜਦ ਜੁੜ ਗਿਆ। ਉਹਨੇ ਕਿਹਾ ਹੇ ਪ੍ਰਭੂ, ਇਹ ਤੇਰੀ ਦੁਨੀਆ ਬਾਰਿਸ਼ ਮੰਗ ਰਹੀ ਹੈ। ਪਰਮੇਸ਼ਰ ਮਿਲ ਗਈ ਵੀ ਹਾਂ ਹੁਣੇ ਹੀ ਬਾਰਿਸ਼ ਹੋਏਗੀ। ਅੱਧੇ ਘੰਟੇ ਤੋਂ ਬਾਅਦ ਕੀ ਦੇਖਦੇ ਆ, ਬੱਦਲੇ ਬੱਦਲ ਹੋ ਗਏ, ਬੱਦਲੇ ਬੱਦਲ, ਇੰਨਾ ਮੀਂਹ ਪੈਣਾ ਸ਼ੁਰੂ ਹੋ ਗਿਆ, ਖੜਨਾ ਮੁਸ਼ਕਿਲ ਹੋ ਗਿਆ, ਘਰਾਂ ਨੂੰ ਤੁਰੇ ਆਉਂਦੇ ਨੇ। ਬੜੀ ਦੇਰ ਬਾਅਦ ਫਲਸਤੀਨ 'ਚ ਮੀਂਹ ਪਿਆ ਸੀ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਬੰਨੂ ਪਹਾੜ ਤੋਂ ਜਾ ਰਹੇ ਨੇ, ਵਿਚਾਲੇ ਕਬੈਲੀ ਇਲਾਕਾ ਪੈਂਦਾ ਸੀ। ਉੱਥੇ ਪਠਾਨ ਬੈਠੇ ਸੀ ਬੁੱਢੇ, ਦੇਖਣ ਲੱਗੇ ਵੀ ਤਾਂਗੇ ਚੁਕਾਉਣ ਆ ਰਿਹਾ। ਚਿਹਰਾ ਦੇਖਿਆ ਤਾਂ ਸਮਝ ਗਏ ਕੋਈ ਪੀਰ ਆ ਰਿਹਾ ਹੈ ਵੱਡਾ, ਅੱਲਾਹ ਤਾਲਾ ਦੇ ਦਰ ਤੇ ਪਹੁੰਚਿਆ ਹੋਇਆ। ਹਿੰਮਤ ਕਰੀ ਉੱਠ ਕੇ ਤਾਂਗੇ ਨਾਲ ਜੋ ਘੋੜਾ ਸੀ ਉਸ ਦੀਆਂ ਬਾਗਾਂ ਫੜ ਲਈਆਂ, ਤਾਂਗਾ ਖੜਾ ਹੋ ਗਿਆ। ਕਹਿਣ ਲੱਗੇ ਆ ਪੀਰ ਜੀ, ਅਸੀਂ ਬੜੀ ਦੁਖੀ ਹਾਂ, ਬਹੁਤ ਦੁਖੀ ਹਾਂ, ਬਾਰਿਸ਼ ਹੋਈ ਨਹੀਂ, ਸਾਡੇ ਫਰੂਟ ਸਾਰੇ ਸੁੱਕ ਰਹੇ ਨੇ, ਫਲ ਬਹੁਤ ਆਇਆ, ਪਰ ਜੇ ਬਾਰਿਸ਼ ਨਾ ਹੋਈ ਅਸੀਂ ਗਰੀਬ ਰਹਿ ਜਾਵਾਂਗੇ। ਆਹੀ ਸਾਡੇ ਖਾਣ ਪੀਣ ਦੀ ਜਗ੍ਹਾ ਹੈ। ਤੁਸੀਂ ਦੇਖ ਰਹੇ ਹੋ ਕਿ ਉੱਚੀ ਨੀਵੀਂ ਜਗ੍ਹਾ, ਇੱਥੇ ਖੇਤੀ ਤਾਂ ਹੋ ਨਹੀਂ ਸਕਦੀ। ਇਹਨਾਂ ਫਰੂਟਾਂ ਬਦਾਮਾਂ ਦੇ ਆਸਰੇ, ਅੰਗੂਰਾਂ ਦੀਆਂ ਵੇਲਾਂ ਦੇ, ਇਹਨਾਂ ਦੇ ਆਸਰੇ ਅਸੀਂ ਆਪਣਾ ਜੀਵਨ ਨਿਭਾਉਂਦੇ ਹਾਂ, ਪਰ ਸਾਰੀਆਂ ਦੇਖੋ ਕਿਵੇਂ ਸੁੱਕ ਰਹੇ ਨੇ, ਪੱਤੇ ਮੁਰਝਾ ਰਹੇ ਨੇ, ਕਿਰਪਾ ਕਰੋ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਤਾਂਗੇ ਤੋਂ ਉਤਰਿਆ, ਬੈਠ ਕੇ ਨਾਲ ਰਾਗੀ ਸਿੰਘ ਸੀ,
ਕਹਿੰਦੇ ਸ਼ਬਦ ਸਾਡੇ ਨਾਲ ਬੋਲੋ। ਉਹਨਾਂ ਨੇ ਜਦ ਮੇਘ ਦਾ ਸ਼ਬਦ ਪੜ੍ਹਿਆ, ਮਲਾਰ ਰਾਗ ਦਾ, ਵੀ ਇਹਦੇ ਹੱਥ ਕੀ ਹੈ ਮੇਘ ਦੇ, ਤਾਂ ਦੇਣ ਵਾਲਾ ਪਰਮੇਸ਼ਰ ਹੈ। ਉਹ ਬਜਟ 'ਚ ਆ ਕੇ ਪੜ੍ਹੀ ਜਾਂਦੇ ਨੇ, ਇੰਨੀ ਬਾਰਿਸ਼ ਹੋ ਗਈ, ਬਾਜੇ ਪਾਣੀ ਨਾਲ ਭਰ ਗਏ, ਢੋਲਕੀਆਂ ਵੱਜਣ ਤੋਂ ਹਟ ਗਈਆਂ, ਕੱਪੜੇ ਸਭ ਭਿੱਜ ਗਏ, ਮਹਾਂਪੁਰਸ਼ਾਂ ਦੇ ਉੱਤੇ ਦੀ ਪਾਣੀ ਦੀਆਂ ਤਾਰਾਂ ਵਗ ਰਹੀਆਂ, ਜਿੱਥੇ ਬੈਠੇ ਨੇ ਸਾਰਿਆਂ ਦੇ ਥੱਲੋਂ ਜਾ ਰਿਹਾ। ਅਖੀਰ ਇੱਕ ਪਠਾਨ ਉੱਠਿਆ, ਕਹਿੰਦਾ ਇਹ ਬੱਲੀ ਵਾਲਾ ਸਾਈਂ, ਹੁਣ ਬਸ ਕਰ, ਸਾਡੀਆਂ ਖੇਤੀਆਂ ਰੁੜ ਜਾਣਗੀਆਂ, ਬੰਨੇ ਟੁੱਟ ਜਾਣਗੇ, ਫਲੱਡ ਆ ਜਾਏਗਾ, ਉਹ ਬਾਰਿਸ਼ ਸਾਡੇ ਕਿਸੇ ਕੰਮ ਨਹੀਂ, ਹੁਣ ਬੰਦ ਕਰ ਦੇ। ਉਹ ਇੱਕੋ ਸ਼ਬਦ ਪੜ੍ਹਨ ਦੇ ਨਾਲ ਬਾਰਿਸ਼ ਹੁੰਦੀ ਹੈ। ਸਾਨੂੰ ਤਾਂ 50 ਸਾਲ ਬੀਤ ਗਏ, ਹੁਣ ਕਹਿੰਦੇ ਨੇ ਅਗਸਤ ਨੂੰ ਕੋਈ ਬੜੇ ਫੰਕਸ਼ਨ ਕਰਨੇ ਨੇ। ਸਾਡੀ ਤਾਂ ਇੱਕੋ ਹੀ ਗੱਲ ਨਹੀਂ ਸੁਣੀ, ਵੱਡੇ ਤੇ ਵੱਡੇ ਗੁਰਦੁਆਰੇ 'ਚ ਇਹ ਗੱਲ ਕਹੀ ਜਾ ਰਹੀ ਹੈ। ਸਾਨੂੰ ਕਹਿੰਦੇ ਨੇ ਵੀ ਤੁਸੀਂ ਅਰਦਾਸ ਵਿੱਚ ਇਹ ਗੱਲਾਂ ਕਿਉਂ ਨਹੀਂ ਕਹਿੰਦੇ। ਅਸੀਂ ਕਿਹਾ ਵੀ ਸਾਡੇ ਅੰਦਰ ਹੀ ਨਹੀਂ ਉੱਠਦੀ, ਕੀ ਕਹੀਏ, ਕਿਵੇਂ ਸਾਡੀ ਉਹ ਗੱਲ ਬਣਦੀ ਨਹੀਂ ਜਿੱਥੇ ਦਰਸ਼ਨ ਦਿਦਾਰੇ ਹੋਣੇ ਨੇ। ਦੂਸਰਾ ਹੈ, ਸਾਨੂੰ ਦਰਸ਼ਨ ਦਿਦਾਰੇ ਕੁਦਰਤ ਵਿੱਚੋਂ ਹਰ ਥਾਂ ਤੇ ਹੋ ਰਹੇ ਨੇ। ਉਹ ਸਾਰਾ ਸਥਾਨ ਜਿਸ ਨੇ ਪਵਿੱਤਰ ਕਰਿਆ, ਉਹਦੇ ਦਰਸ਼ਨ ਦਿਦਾਰੇ ਹੋ ਰਹੇ ਨੇ। ਸੋ ਉਹ ਉਸ ਲਗਨ ਦੇ ਨਾਲ ਅਰਦਾਸ ਨਹੀਂ ਹੁੰਦੀ ਸਾਡੀ। ਇਹ ਗੱਲਾਂ ਸਮਝਣ ਵਾਲੀਆਂ ਸਾਰੀਆਂ, ਭਜਨ ਕਰਨ ਵਾਲਿਆਂ, ਬਾਣੀ ਪੜ੍ਹਨ ਵਾਲਿਆਂ ਦਾ। ਇਹ ਕੋਈ ਰੂਟੀਨ ਦਾ ਮਾਮਲਾ ਨਹੀਂ ਹੈ ਵੀ ਐਵੇਂ ਹੀ ਅਸੀਂ ਲੰਘ ਜਾਵਾਂਗੇ। ਤੁਸੀਂ ਸੰਗਰਾਮ ਦੇ ਦੀਵਾਨ 'ਤੇ ਪਹੁੰਚੇ ਹੋ, ਕਿੱਡੀ ਕਿੱਡੀ ਦੂਰੋਂ, ਕਹੀ ਜੀ ਧੁੱਪ ਸੀ, ਉਹਦੇ ਵਿੱਚ ਹੀ ਹੁੰਦੇ ਹੋਏ ਤੁਸੀਂ ਇੱਥੇ ਪਹੁੰਚੇ ਹੋ। 2-4 ਗੱਲਾਂ ਵੀ ਜੇ ਸਮਝ ਆ ਜਾਣ, ਬਹੁਤ ਵੱਡੀ ਬਾਤ ਹੋਏਗੀ। ਵਾਹਿਗੁਰੂ ਨਾ ਬੋਲਾ ਹੈ ਨਾ ਦੂਰ ਹੈ, ਉਹ ਤਾਂ ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਮਹਾਰਾਜ ਨੇ ਆਪਣੇ ਆਪ ਨੂੰ ਕਹਿਤਾ, ਜੇ ਸਾਨੂੰ ਕਹਿੰਦੇ ਤੁਸੀਂ ਮੂਰਖਾਂ ਨੇ ਦੂਰ ਜਾਣਿਆ, ਅਸੀਂ ਗੁੱਸਾ ਕਰ ਲੈਂਦੇ। ਆਪਣਾ ਪ੍ਰਤੀਕ ਬਣਾਤਾ ਸਾਨੂੰ ਸਾਰਿਆਂ ਨੂੰ ਬੁਲਾ ਕੇ। ਉਹਦਾ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਹੈ।